प्यारे किसान मित्रों और साडे अज दे इस अंदोलन दे नाल हिस्सा बन के चल रहे दोस्तों, वाहिगुरू जी का खालसा वाहिगुरू जी की फतेह। मैं चाहता सी कि तुसी सारे इस गल लई बड़े उतावले हो कि अज जो मीटिंग हुई है इस मीटिंग की सारी गलबात तुहाडे तक पहुँचाई जाए। इस मीटिंग के जो फैसले हुए ने वो भी तुहाडे तक पहुँचाए जान, जो प्रोग्राम जथेबंदियां ने अगे उलीके ने उन्होंने भी तुहानू जानकारी घट्टो घट्ट मिलनी जरूरी सी। ये समझदा होया मैं इत्थे मतलब लाइव होया। प्यारे दोस्तों, अज की जिहड़ी मीटिंग हुई है, अज की मीटिंग दे विच जिथे साडियां मतलब 41 जथेबंदियां दे आगू साहिबान, संयुक्त किसान मोर्चा के आगू साहिबान उस मीटिंग दे विच शामिल होए। दूसरे पासों साडे रेल मंत्री जी, साडे एग्रीकल्चर मंत्री जी और साडे वणज राज मंत्री जी शामिल होए, नाल उन्हां दे अधिकारी साहिबान भी मीटिंग दे विच शामिल होए। अज की मीटिंग दे विच सब तो पहला मतलब साडा ऐसी एक एजेंडा जिहड़ा भेजिया होया सी सरकार नूं लिखती रूप दे विच, जिहड़े सरकार बार बार ये कहंदी आ रही सी कि प्रपोजल दिओ प्रपोजल दिओ। प्रपोजल दे विच असीं डिटेल दे विच लिख के भेजिया सी कि साडीआं जिहड़ियां पहलीआं ही मंगां है कि कानून रद्द कीते जाण, जां मतलब जिस तरह जिवें बिजली एक्ट सी उहनूं रद्द कीता जाए, जां उस दे नाल जिवें MSP दी साडी मंग सी कि कोई कानून बनाया जाए, जां जो इस तरह साडे ते पराली दा इन्हां ने मतलब बहुत वड्डा बोझ पाउण दा यतन कीता सी, वो कानून नूं वापस लिया जावे। ये सारियां गल्लां नूं असीं मतलब एक चिट्ठी दे रूप दे विच, मंग पत्तर ना हो के उहनूं चिट्ठी दे रूप दे विच एक प्रपोजल दे रूप दे विच असीं सरकार नूं भेजिया सी कि सरकार दस्से इन्हां नूं आपदी की थ्योरी है, किस तरीके दे नाल सरकार इन्हां नूं वापस लेना चाहुंदी है ते किवें वापस लैंदी है। ਉਹਦੇ ਤੇ ਇੱਕ ਦੇ ਉੱਤੇ ਸਰਕਾਰ ਦਾ ਅਸੀਂ ਮਤਲਬ ਆਵਾਜ਼ ਸੁਣੀ, ਸਰਕਾਰ ਦੀ ਗੱਲ ਸੁਣੀ, ਦੱਸੋ ਤੁਸੀਂ ਇਹਨਾਂ ਤੇ ਕੀ ਕਰਦੇ ਹੋ, ਪਹਿਲੇ ਤੇ ਕਿਵੇਂ ਕਰਦੇ ਹੋ, ਦੂਸਰੇ ਤੇ ਕਿਵੇਂ ਕਰਦੇ ਹੋ, ਤੀਸਰੇ ਤੇ ਕਿਵੇਂ ਕਰਦੇ ਹੋ। ਤਾਂ ਜਿਸ ਵੇਲੇ ਪਹਿਲੇ ਕਾਨੂੰਨ ਦੀ ਗੱਲ ਆ ਰਹੀ ਸੀ ਤਾਂ ਉਸ ਵੇਲੇ ਸਰਕਾਰ ਵੱਲੋਂ ਬਾਰ-ਬਾਰ ਇਹ ਗੱਲ ਆ ਰਹੀ ਸੀ ਕਿ ਅਸੀਂ ਇਹਦੀਆਂ ਸੋਧਾਂ ਕਰ ਦਿੰਦੇ ਹਾਂ, ਸੋਧਾਂ ਭਾਵੇਂ ਜਿੰਨੀਆਂ ਵੀ ਤੁਹਾਨੂੰ ਲੱਗਦੀਆਂ, ਜਿੱਥੇ ਵੀ ਗਲਤੀ ਲੱਗਦੀ ਹੈ ਸਾਰੇ ਸੋਧਾਂ ਕਰ ਦਿੰਦੇ ਆ, ਤਾਂ ਤੁਸੀਂ ਇਹਨਾਂ ਨੂੰ ਮਤਲਬ ਵਾਪਸ ਲੈਣ ਦੀ ਗੱਲ ਨਾ ਕਰੋ। उस स्थान के उत्ते असीं कहा भी चलो तुसीं जिहड़ा तुहाडा सोच है वो सानूं दसदे जाओ, साडे सारे दे सारे कानूनां जिहड़े नुकते है उन्हां सारिआं दे उत्ते आपदा मतलब तुसीं सरकार विचार देवे पहलां। तो इसे तरह MSP दे उत्ते आके सरकार ने आपदा विचार ये दिता कि असीं MSP दा कानून बनाउणा साडे लई औखा है, लेकिन तुहानूं असीं लिखती गारंटी जरूर दे सकदे हां, जां असीं इह इक कमेटी बना दिंदे हां जिहड़ी कमेटी सरकार ਵੱਲੋਂ रजिस्टर्ड होएगी, लेकिन ਉਹਦੇ ਇਹਨਾਂ ਦੋਹਾਂ ਗੱਲਾਂ ਦੇ ਉੱਤੇ ਹਜੇ ਜਥੇਬੰਦੀਆਂ ਦੀ ਕੋਈ ਸਹਿਮਤੀ ਨਹੀਂ ਹੋਈ। ਬਿਲਕੁਲ ਅਸੀਂ ਇਹਨਾਂ ਨੂੰ ਇਹ ਕਹਿ ਕੇ ਆਏ ਹਾਂ ਕਿ ਇਹਨਾਂ ਗੱਲਾਂ ਤੇ ਅਸੀਂ ਬਿਲਕੁਲ ਸਹਿਮਤ ਨਹੀਂ, ਸਾਡਾ ਅੰਦੋਲਨ ਜਿਉਂ ਦੀ ਤਿਉਂ ਜਾਰੀ ਹੈ ਔਰ ਚੱਲਦਾ ਰਹੇਗਾ ਜਿੰਨਾ ਚਿਰ ਸਰਕਾਰ ਇਹਦੇ ਤੇ ਪੋਜ਼ਿਟਿਵ ਨਹੀਂ ਹੁੰਦੀ। ਅਗਲੀ ਗੱਲ ਸੀਗੀ ਕਿ ਸਰਕਾਰ ਲੈ ਕੇ ਆਈ ਕਿ ਜਿਹੜਾ ਤੁਹਾਡੇ ਤੇ ਅਸੀਂ ਪਰਾਲੀ ਦੇ ਐਕਟ ਬਣਾਇਆ, ਜਿਹੜਾ ਤੁਹਾਡੇ ਤੇ ਕਾਨੂੰਨ ਦੇ ਅਨੁਸਾਰ 1 ਕਰੋੜ ਰੁਪਏ ਜੁਰਮਾਨੇ ਦਾ ਪ੍ਰਾਵਧਾਨ ਕੀਤਾ ਗਿਆ ਤੇ ਨਾਲ 5 ਸਾਲ ਸਜ਼ਾ ਦਾ ਕਿਸਾਨ ਨੂੰ ਜਿਹੜਾ ਵੀ ਪਰਾਲੀ ਨੂੰ ਅੱਗ ਲਾਏਗਾ ਉਹਨੂੰ ਹੋਣ ਦਾ ਸੀ। ਉਹਦੇ ਤੇ ਸਰਕਾਰ ਨੇ ਕਿਹਾ ਕਿ ਅਸੀਂ ਇਹ ਵਾਪਸ ਲੈਣੇ ਆ, ਕਿਸਾਨ ਨੂੰ ਅਸੀਂ ਇਸ ਪਰਾਲੀ ਇਸ ਪੋਲੂਸ਼ਨ ਵਾਲੇ ਐਕਟ ਦੇ ਵਿੱਚੋਂ ਬਾਹਰ ਕੱਢਦੇ ਆ, ਕਿਸਾਨ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਵੇਗੀ। ਇਸੇ ਤਰ੍ਹਾਂ ਜਿਹੜਾ ਅੱਗੇ ਆਇਆ ਫਿਰ ਜਿਹੜਾ ਬਿਜਲੀ ਦਾ ਐਕਟ ਸੀ, ਬਿਜਲੀ 2020, ਬਿਜਲੀ ਸੁਧਾਰ ਐਕਟ 2020, ਉਹਦੇ ਤੇ ਸਰਕਾਰ ਨੇ ਕਿਹਾ ਵੀ ਅਸੀਂ ਇਹ ਵਾਪਸ ਲੈਣੇ ਆ, ਇਹ ਅਸੀਂ ਮਤਲਬ ਲਾਗੂ ਨਹੀਂ ਕਰਾਂਗੇ। ਇਹਨਾਂ ਦੋਹਾਂ ਕਾਨੂੰਨਾਂ ਦੇ ਨਾਲ ਦੋਹਾਂ ਗੱਲਾਂ ਜਿੰਨੀਆਂ ਮੰਨੀ ਹੈ ਸਰਕਾਰ, ਅਗਰ ਉਹ ਬਿਜਲੀ ਦੀ ਗੱਲ ਮੰਨੀ ਹੈ ਤਾਂ ਸਮਝ ਲਓ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਇਸ ਗੱਲ ਦੇ ਵਿੱਚ ਕਿ ਇੱਕ ਗੱਲ ਅਸੀਂ ਇਹ ਮਨਾ ਲਈ ਹੈ ਕਿ ਤੁਹਾਨੂੰ ਜਿਹੜੇ ਬਿਜਲੀ ਦੇ ਬਿੱਲ ਲਾਉਣ ਨੂੰ ਫਿਰਦੀ ਸੀ ਸਰਕਾਰ, ਉਹ ਨਹੀਂ ਲੱਗ ਸਕਣਗੇ। ਸਾਡੇ ਮਜ਼ਦੂਰਾਂ ਨੂੰ ਜਿਹੜੇ ਬਹੁਤ ਵੱਡੀ ਪੱਧਰ ਦੇ ਉੱਤੇ ਵਿਚਾਰਿਆਂ ਨੂੰ ਇੱਕ ਸਹੂਲਤ ਮਿਲਦੀ ਸੀ, ਉਹ ਸਰਕਾਰ ਬੰਦ ਕਰਨਾ ਚਾਹੁੰਦੀ ਸੀ, ਲੇਕਿਨ ਹੁਣ ਸਰਕਾਰ ਉਹ ਵੀ ਬੰਦ ਨਹੀਂ ਕਰ ਸਕੇਗੀ। ਪਰਾਲੀ ਸਾੜਨ ਵਾਲੇ ਜਿਹੜਾ ਇੱਕ ਬਹੁਤ ਵੱਡਾ ਇੱਕ ਤਲਵਾਰ ਲਟਕਦੀ ਸੀ ਸਾਡੇ ਕਿਸਾਨਾਂ ਦੇ ਸਿਰ ਤੇ, ਇਹਦੇ ਸੰਬੰਧ ਦੇ ਵਿੱਚ ਵੀ ਸਰਕਾਰ ਨੇ ਇਹ ਕਿਸਾਨ ਨੂੰ ਇਸ ਪੋਲੂਸ਼ਨ ਵਾਲੀ ਇਸ ਐਕਟ ਦੇ ਵਿੱਚੋਂ, ਇਸ ਕਾਨੂੰਨ ਦੇ ਵਿੱਚੋਂ ਬਾਹਰ ਕੱਢਣ ਦੀ ਸਾਡੇ ਨਾਲ ਗੱਲ ਮੰਨੀ ਹੈ। ਤੇ ਜੇਕਰ ਇਹ ਹੋ ਜਾਂਦਾ ਹੈ ਤਾਂ ਸਮਝ ਲਓ ਕਿ ਕਿਸਾਨ ਬੇਫਿਕਰ ਹੈ ਇਸ ਗੱਲ ਤੋਂ, ਕਿਸਾਨ ਨੂੰ ਐਡੇ ਵੱਡੇ ਜੁਰਮਾਨੇ ਨਹੀਂ ਹੋ ਸਕਣਗੇ, ਕਿਸਾਨ ਦਾ ਜੇਲ੍ਹ ਜਾਣ ਦੇ ਜਿਹੜੇ ਕਾਨੂੰਨ ਦੇ ਵਿੱਚ ਪ੍ਰਾਵਧਾਨ ਕੀਤਾ ਗਿਆ ਉਹ ਤੋਂ ਕਿਸਾਨ ਬਚੇਗਾ। ਪਰ ਮੇਰੇ ਦੋਸਤੋ, ਮੇਰੀ ਬੇਨਤੀ ਇਹ ਹੈ ਕਿ ਇਹ ਭਾਵੇਂ ਸਰਕਾਰ ਮੰਨ ਗਈ ਹੈ, ਲੇਕਿਨ ਸਾਡੀ ਲੜਾਈ ਹਜੇ ਜਾਰੀ ਹੈ। ਇੱਥੇ ਇਹ ਨਹੀਂ ਮੰਨ ਲੈਣਾ ਕਿ ਅਸੀਂ ਜਿੱਤ ਗਏ, ਅਸੀਂ ਬਹੁਤ ਕੁਝ ਹਾਸਲ ਕਰ ਲਿਆ, ਨਹੀਂ, ਬਿਲਕੁਲ ਨਹੀਂ। ਲੜਾਈ ਜਿਉਂਦੀ ਤਿਉਂ ਜਾਰੀ ਹੈ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਲਾਸਟ ਦੇ ਉੱਤੇ ਜਿਹੜੀ ਸਰਕਾਰ ਦੀ ਸਾਡੇ ਨਾਲ ਗੱਲਬਾਤ ਹੁੰਦੀ ਰਹੀ ਹੈ, 4 ਤਰੀਕ ਸਾਨੂੰ ਦੁਬਾਰਾ ਮੀਟਿੰਗ ਦੀ ਦਿੱਤੀ ਹੈ ਸਰਕਾਰ ਨੇ, ਤਾਂ ਸਰਕਾਰ ਦਾ ਜਿਹੜਾ ਰੁਖ ਸੀ ਉਹ ਪੋਜ਼ਿਟਿਵ ਰਿਹਾ। ਸਰਕਾਰ ਨੇ ਇਹ ਗੱਲ ਕਹੀ ਹੈ ਸਾਨੂੰ, ਸਰਕਾਰ ਇੱਥੋਂ ਤੱਕ ਵੀ ਕਹਿ ਰਹੀ ਸੀ
ਕਿ ਤੁਸੀਂ ਹੁਣੇ ਮੀਟਿੰਗ ਕਰਕੇ ਸਾਨੂੰ ਦੱਸੋ, ਇਸ ਮੀਟਿੰਗ ਦੇ ਵਿੱਚ ਫੈਸਲਾ ਲਈਏ ਆਪਾਂ ਬੈਠ ਕੇ, ਅੱਜ ਰਾਤ ਨੂੰ ਹੀ ਤੁਹਾਡੇ ਇਹਨਾਂ ਮੰਗਾਂ ਦਾ ਅਸੀਂ ਕੋਈ ਨਾ ਕੋਈ ਸਮਾਧਾਨ ਕੱਢੀਏ। ਲੇਕਿਨ ਅਸੀਂ ਸੋਚਦੇ ਸੀਗੇ ਕਿ ਇਹ ਬਹੁਤ ਗੰਭੀਰ ਮਸਲਾ ਹੈ, ਇਹਦੇ ਤੇ ਅਸੀਂ ਵਿਚਾਰ ਚਰਚਾ ਕਰਨੀ ਹੈ, ਆਪਦੀ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕਰਨੀ ਹੈ। ਸਰਕਾਰ ਨੂੰ ਅਸੀਂ ਕਿਹਾ ਵੀ ਅਸੀਂ ਤਾਂ ਕਾਨੂੰਨ ਰੱਦ ਕਰਵਾਉਣੇ ਨਹੀਂ, ਤੁਸੀਂ ਰੱਦ ਕਰਨੇ, ਤੁਸੀਂ ਆਪਸ ਵਿੱਚ ਬੈਠ ਕੇ ਫੈਸਲਾ ਲਓ, ਸਰਕਾਰ ਫੈਸਲਾ ਲਵੇ ਇਹਨੂੰ ਕਿਵੇਂ ਰੱਦ ਕਰਨਾ ਹੈ, ਕੀ ਤਰੀਕਾ ਸਰਕਾਰ ਕੋਲੇ। ਤਾਂ ਇਸ ਕਰਕੇ ਇਹ 4 ਤਰੀਕ ਤੈਅ ਹੋਈ ਹੈ। ਪਿਆਰੇ ਦੋਸਤੋ, ਸਰਕਾਰ ਦਾ ਇਹ ਜਿਹੜਾ ਪੋਜ਼ਿਟਿਵ ਰੁਖ, ਤੁਹਾਨੂੰ ਇੱਕ ਗੱਲ ਹੋਰ ਨਵੀਂ ਪਤਾ ਲੱਗੀ ਹੋਣੀ ਹੈ ਕਿ ਅੱਜ ਜਿਹੜਾ ਆਪਾਂ ਲੰਗਰ ਲੈ ਕੇ ਗਏ ਸੀ, ਉਹ ਲੰਗਰ ਦੇ ਵਾਸਤੇ ਵੀ ਸਰਕਾਰ ਨੂੰ ਇੱਥੇ ਤੱਕ ਆਉਣਾ ਪਿਆ ਕਿ ਸਾਡੇ ਨਾਲ ਉੱਥੇ ਥੱਲੇ ਬੈਠ ਕੇ ਆ ਕੇ ਲੰਗਰ ਛਕਣ ਲਈ ਵੀ ਸਾਡੀ ਸਰਕਾਰ ਮਜਬੂਰ ਹੋਈ ਹੈ, ਔਰ ਉੱਥੇ ਬੈਠ ਕੇ ਨੇ ਲੰਗਰ ਛਕਿਆ। ਇਸ ਤੋਂ ਵੀ ਗਾਹਾਂ ਜਿਹੜੀ ਬੀਜੇਪੀ ਦੀ ਸਰਕਾਰ ਲਗਾਤਾਰ ਇਹ ਗੱਲ ਦਾ ਰੌਲਾ ਪਾਉਂਦੀ ਸੀ, ਸਾਨੂੰ ਅੱਤਵਾਦੀ ਕਹਿੰਦੀ ਰਹੀ, ਸਾਨੂੰ ਵੱਖਵਾਦੀ ਕਹਿੰਦੀ ਰਹੀ, ਸਾਨੂੰ ਤਰ੍ਹਾਂ ਤਰ੍ਹਾਂ ਦੇ ਮਤਲਬ ਉਲਾਂਭੇ ਦੇ ਕੇ ਸਾਨੂੰ ਬਦਨਾਮ ਕਰਨ ਦਾ ਯਤਨ ਕਰਦੀ ਰਹੀ। ਉਸੇ ਹੀ ਸਰਕਾਰ ਦੇ ਵਿੱਚੋਂ ਰੱਖਿਆ ਮੰਤਰੀ ਰਾਜਨਾਥ ਜੀ ਦਾ ਬਿਆਨ ਆਉਂਦਾ ਹੈ ਕਿ ਸਾਡੇ ਦੇਸ਼ ਦੇ ਅੰਨਦਾਤਾ ਨੂੰ ਅਜਿਹੇ ਸ਼ਬਦ ਵਰਤਣੇ ਵਾਜਬ ਨਹੀਂ ਔਰ ਇਹ ਗਲਤ ਨੇ। ਉਹਨਾਂ ਨੇ ਖੁਦ ਮੰਨ ਕੇ ਆਪਣੇ ਬਿਆਨ ਦੇ ਵਿੱਚ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਕਿਸਾਨਾਂ ਨੂੰ ਅਜਿਹਾ ਸ਼ਬਦ ਵਰਤਣੇ ਗਲਤ ਨੇ ਔਰ ਠੀਕ ਨਹੀਂ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਧਿਆਨ ਦੇ ਵਿੱਚ ਵੇਖਦੇ ਹਾਂ ਤਾਂ ਸਾਨੂੰ ਇਹ ਲੱਗਿਆ ਕਿ ਸਰਕਾਰ ਦਾ ਰੁਖ ਆ ਜਿਹੜਾ ਅੱਜ ਦਾ, ਇਹ ਕੁਝ ਪਲਟਿਆ ਹੋਇਆ ਹੈ। ਇਹਦੇ ਪਲਟਣ ਦਾ ਕਾਰਨ ਇਹ ਨਹੀਂ ਹੈ ਕਿ ਸਰਕਾਰ ਸਾਡੇ ਤੇ ਮਿਹਰਬਾਨ ਹੋ ਗਈ ਹੈ, ਬਿਲਕੁਲ ਨਹੀਂ ਹੈ। ਸਰਕਾਰ ਨੂੰ ਪਤਾ ਲੱਗ ਗਿਆ ਕਿ ਅੱਜ ਦੇਸ਼ ਦੇ ਵਿੱਚ ਬਹੁਤ ਵੱਡਾ ਪ੍ਰੈਸ਼ਰ ਬਣ ਚੁੱਕਿਆ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ, ਕੱਲ ਪਟਨਾ ਦੇ ਵਿੱਚ ਰੈਲੀ ਹੋਈ ਹੈ ਕਿਸਾਨਾਂ ਦੀ। ਕਿਸਾਨਾਂ ਦੇ ਉਸ ਪ੍ਰੋਟੈਸਟ ਨੂੰ ਵੇਖਦਿਆਂ ਭਾਵੇਂ ਸਰਕਾਰ ਨੇ ਸਾਡੇ ਕਿਸਾਨਾਂ ਤੇ ਲਾਠੀਆਂ ਬਰਸਾਈਆਂ ਨੇ, ਪਰ ਇਹ ਜ਼ਰੂਰ ਸਰਕਾਰ ਨੂੰ ਪਤਾ ਲੱਗ ਗਿਆ ਕਿ ਅੰਦੋਲਨ ਕੱਲੀ ਦਿੱਲੀ ਦੀ ਸੜਕ ਤੇ ਨਹੀਂ ਰਹਿ ਗਿਆ, ਅੰਦੋਲਨ ਬਿਹਾਰ ਵੀ ਚਲਿਆ ਗਿਆ। ਇਸੇ ਤਰ੍ਹਾਂ ਹੈਦਰਾਬਾਦ ਦੇ ਵਿੱਚ ਇਕੱਠ ਹੋਇਆ ਹੈ। ਸਰਕਾਰ ਨੂੰ ਪਤਾ ਲੱਗ ਗਿਆ ਕਿ ਹੈਦਰਾਬਾਦ ਦੇ ਵਿੱਚ ਵੀ ਲੋਕ ਜਾਗ ਪਏ ਨੇ। ਉਸ ਤੋਂ ਅੱਗੇ ਤਾਮਿਲਨਾਡੂ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੋਈ ਹੈ, ਜਿਹਦੇ ਤੋਂ ਸਰਕਾਰ ਨੂੰ ਪਤਾ ਲੱਗ ਗਿਆ ਕਿ ਜਿਹੜੀ ਅਸੀਂ ਕਹਿੰਦੇ ਸੀ ਕੇਵਲ ਉੱਤਰ ਭਾਰਤ ਦੀ ਲੜਾਈ ਹੈ, ਉੱਤਰ ਭਾਰਤ ਦੇ ਵੀ ਕੁਝ ਜ਼ਿਲ੍ਹਿਆਂ ਦੀ ਕੁਝ ਸਟੇਟਾਂ ਦੇ ਦਾ ਮੁੱਦਾ ਹੈ। ਅੱਜ ਸਰਕਾਰ ਨੂੰ ਪਤਾ ਲੱਗਾ ਕਿ ਇਹ ਕੇਵਲ ਉੱਤਰ ਭਾਰਤ ਨਹੀਂ, ਇਹ ਉੱਤਰ, ਦੱਖਣ, ਪੂਰਬ ਤੇ ਪੱਛਮ ਸਾਰੇ ਦੇਸ਼ ਦਾ ਮਸਲਾ ਬਣ ਗਿਆ ਹੈ। ਇਸ ਕਰਕੇ ਇਹ ਤੁਹਾਡਾ ਇਸ ਅੰਦੋਲਨ ਦਾ ਸਿੱਟਾ ਹੈ ਮੇਰੇ ਮਿੱਤਰੋ। ਤੁਸੀਂ ਲੜੇ ਹੋ, ਮੋਹਰੀ ਹੋ ਕੇ ਲੜ ਰਹੇ ਹੋ, ਤੁਹਾਡੀ ਲੜਾਈ ਨੂੰ ਸਮਰਥਨ ਪੂਰੇ ਦੇਸ਼ ਦੇ ਵਿੱਚੋਂ ਮਿਲ ਰਿਹਾ ਹੈ। ਇਸ ਦਾ ਦਬਾਅ ਬਣ ਚੁੱਕਿਆ ਸਰਕਾਰ ਤੇ, ਕੋਈ ਦੋ ਰਾਹ ਨਹੀਂ। ਇਸੇ ਦਬਾਅ ਦੇ ਵਿੱਚੋਂ ਸਰਕਾਰ ਦਾ ਰੁਖ ਬਦਲਿਆ ਹੈ। ਰੁਖ ਬਦਲਦਿਆਂ ਸਰਕਾਰ ਨੇ ਤੁਹਾਡੀਆਂ ਮੰਗਾਂ ਮੰਨਣ ਵਾਲੇ ਨੂੰ ਪੈਰ ਪੱਟਿਆ ਹੈ। ਪਰ ਇਹਦੇ ਵਾਸਤੇ ਹਜੇ ਬੇਨਤੀ ਹੈ, ਲੜਾਈ ਜਾਰੀ ਹੈ। ਲੜਾਈ ਹਜੇ ਹੋਰ ਲੜਨੀ ਪੈ ਸਕਦੀ ਹੈ। ਹੋ ਸਕਦਾ 5 ਦਿਨ ਲੜਨੀ ਪਵੇ, ਹੋ ਸਕਦਾ 10 ਦਿਨ ਲੜਨੀ ਪਵੇ, ਹੋ ਸਕਦਾ 20 ਦਿਨ ਲੜਨੀ ਪਵੇ, ਹੋ ਸਕਦਾ ਮਹੀਨਾ 2 ਮਹੀਨੇ ਲੜਨੀ ਪਵੇ। ਲੇਕਿਨ ਕਾਨੂੰਨ ਵਾਪਸ ਕਰਵਾਉਣੇ ਸਾਡੀ ਜ਼ਰੂਰੀ ਲੋੜ ਹੈ। ਜੇਕਰ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਸਾਡੀ ਸਮਝ ਲਓ ਲੜਾਈ ਹਜੇ ਜਿਉਂਦੀ ਤਿਉਂ ਜਾਰੀ ਹੈ। ਇਹ ਉਨਾ ਚਿਰ ਲੜਾਈ ਲੜਨੀ ਪੈਣੀ ਹੈ ਜਿੰਨਾ ਚਿਰ ਇਹ ਕਾਨੂੰਨਾਂ ਨੂੰ ਸਾਡੇ ਮਗਰੋਂ ਨਹੀਂ ਲਾਉਂਦੀ ਸਰਕਾਰ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।